ਜ਼ਮੀਨ ਤੇ ਰੱਬ ਬਣਨ ਤੋਂ ਪਹਿਲਾਂ ਇੱਕ ਵਾਰੀ ਤਾਰੀਖ ਦਾ ਮਤਾਲਿਆ ਕਰ ਲਓ ਕਿ ਆਸਮਾਨ ਦੇ ਰੱਬ ਨੇ ਫਿਰੌਨ, ਸ਼ਦਾਦ ਤੇ ਨਮਰੂਦ ਨਾਲ ਕੀ ਕੀਤਾ ਸੀ। ਇਹ ਦੁਨੀਆ ਦੇ ਵਿੱਚ ਹੁਕਮਰਾਨੀ ਮਿਲੀ ਹੋਈ ਹੈ, ਕਿਸੇ ਨੂੰ ਚੌਧਰ ਮਿਲੀ ਹੋਈ ਹੈ, ਕਿਸੇ ਨੂੰ ਬਾਦਸ਼ਾਹੀ ਮਿਲੀ ਹੋਈ ਹੈ, ਮਾਲੋ ਦੌਲਤ ਮਿਲਿਆ ਹੋਇਆ ਹੈ, ਸਾਰੇ ਤੋਂ ਜ਼ੁਲਮ ਕਰੀ ਜਾ ਰਿਹਾ ਹੈ। ਲੇਕਿਨ ਆਖਰਤ ਵਾਲੇ ਦਿਨ ਜਿੱਥੇ ਇੱਕ ਇਕੱਲਾ ਬਾਦਸ਼ਾਹ ਹੋਏਗਾ, ਜਿੱਥੇ ਇੱਕ ਇਕੱਲੇ ਅੱਲਾ ਦੀ ਹੁਕਮਰਾਨੀ ਹੋਏਗੀ, ਉੱਥੇ ਨਾ ਤਾਂ ਕਿਸੇ ਦੀ ਕੋਈ ਬਾਦਸ਼ਾਹੀ ਕੰਮ ਹੋਣੀ ਹੈ, ਨਾ ਮਾਲੋ ਦੌਲਤ ਕੰਮ ਹੋਣਾ, ਨਾ ਪੈਸਾ ਕੰਮ ਹੋਣਾ ਹੈ, ਨਾ ਠਾਠ ਬਾਠ ਕੰਮ ਹੋਣਾ ਹੈ। ਉਸ ਦਿਨ ਦੇ ਬਾਰੇ ਸੋਚੋ ਜਿੱਥੇ ਕੋਈ ਵਕੀਲ, ਕੋਈ ਜੱਜ ਤੁਹਾਡੇ ਕੋਲੋਂ ਵਿਕ ਨਹੀਂ ਸਕਦਾ। ਉਸ ਦਿਨ ਸਭ ਨੂੰ ਸਭ ਦੇ ਅਮਾਲਾਂ ਦੀ ਪਕੜ ਹੋਏਗੀ। ਤੇ ਲਿਹਾਜ਼ਾ ਆਖਰਤ ਦੇ ਬਾਰੇ ਸੋਚੋ। ਇਹ ਦੁਨੀਆ ਦੀ ਜਿਹੜੀ ਹੁਕਮਰਾਨੀ ਮਿਲੀ ਹੈ, ਮਾਲੋ ਦੌਲਤ ਮਿਲੀ ਹੈ, ਚੌਧਰ ਮਿਲੀ ਹੈ, ਠਾਠ ਬਾਠ ਮਿਲਿਆ, ਉਹਨੂੰ ਸਿੱਧੇ ਤਰੀਕੇ ਨਾਲ ਇਸਤੇਮਾਲ ਕਰੋ ਤੇ ਚੰਗੇ ਕੰਮ ਵਾਸਤੇ ਇਸਤੇਮਾਲ ਕਰੋ। ਆਵਾਮ ਦੀ ਭਲਾਈ ਦੇ ਬਾਰੇ ਸੋਚੋ। ਤੁਹਾਡੇ ਅੱਗੇ ਇੱਕ ਅਪੀਲ ਹੈ ਕਿ ਤੁਸੀਂ ਆਵਾਮ ਦੇ ਬਾਰੇ ਸੋਚੋ, ਨਾ ਕਿ ਸਿਰਫ ਔਰ ਸਿਰਫ ਆਪਣੀਆਂ ਜੇਬਾਂ ਦੇ ਬਾਰੇ, ਆਪਣੇ ਬੈਂਕ ਦੌਲਤ ਦੇ ਬਾਰੇ। ਉਸ ਅੱਲਾ ਕੋਲੋਂ ਡਰੋ ਜਿਨ੍ਹੇ ਇਹ ਬਾਦਸ਼ਾਹੀ ਦਿੱਤੀ ਹੈ, ਉਹ ਲੈ ਵੀ ਸਕਦਾ ਹੈ।